पोख तुखार न व्यापी कंठ मिल्या हरनाओ मन विद्या चरणार बिंद दर्शन लगड़ा साहो। ਗੁਰੂ ਸਾਹਿਬ ਜੀ ਪੋਹ ਦੇ ਮਹੀਨੇ ਦੇ ਵਿੱਚ ਉਪਦੇਸ਼ ਦਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਾਹ ਦੇ ਵਿੱਚ, ਕਿਉਂਕਿ ਪਹਿਲੇ ਗੁਰੂ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ 12 ਮਾਹ ਉਚਾਰਨ ਕੀਤੀ ਸੀ। ਥੋੜ੍ਹੀ ਜਿਹੀ ਉਹ ਮਹਿੰਗੀ ਬਾਣੀ ਸਮਝਣੇ ਦੇ ਵਿੱਚ ਸਾਧਾਰਨ ਜੀਵ ਨੂੰ ਮਿਹਨਤ ਸੀ, ਤਾਂ ਕਰਕੇ ਮਹਾਰਾਜ ਨੇ ਸਰਲ ਭਾਸ਼ਾ ਦੇ ਵਿੱਚ ਤੁਖਾਰੀ ਰਾਗ ਤੋਂ 12 ਮਾਹ ਮਹਾਰਾਜ ਨੇ ਮਾਝ ਰਾਗ 'ਚ ਉਚਾਰਨ ਕੀਤੀ। ਪੋਖ ਤੁਖਾਰ ਨਾ ਵਿਆਪੀ, ਪੋਹ ਦੇ ਮਹੀਨੇ ਦੇ ਵਿੱਚ ਜਿਹੜੇ ਗੁਰਮੁਖ ਜਨ ਨੇ, ਬੰਦਗੀ ਵਾਲੇ ਨੇ, ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ, ਪਾਪਾ ਰੂਪੀ ਠੰਡ ਤੁਖਾਰ ਮਲਿਨਤਾ ਰੂਪੀ ਉਹਨੂੰ ਵਿਆਪ ਨਹੀਂ ਸਕਦੀ। ਕਿਉਂ? ਨਾਮ ਦੇ ਵਿੱਚ ਅਨੰਤ ਸ਼ਕਤੀ ਹੈ। ਨਾਮ ਦੇ ਪ੍ਰਭਾਵ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਦੇ ਵਿੱਚ ਬੈਠੇ। ਨਾਮ ਦੇ ਪ੍ਰਤਾਪ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੇਮਕੁੰਡ ਦੀ ਪਰਬਤ ਦੇ ਵਿੱਚ ਤਪੱਸਿਆ ਕਰਦੇ ਰਹੇ। ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ। ਮਨ ਦੇ ਵਿੱਚ ਨਾਮ ਰੂਪੀ ਚਰਨ ਹਿਰਦੇ ਦੇ ਵਿੱਚ ਬਸਨੇ ਕਰਕੇ ਨਿਰਾਕਾਰ ਪਰਮੇਸ਼ਵਰ ਦੇ ਦਰਸ਼ਨ ਦੀ ਜਿਹਨੂੰ ਲਗਨ ਲੱਗੀ ਹੈ, ਉਹ ਸਾਹੋ ਮਾਲਕ, ਜਿਹਨੂੰ ਵਿਆਪਕ ਆਪਾਂ ਵਾਹਿਗੁਰੂ ਕਹਿੰਦੇ ਨੇ, ਰਮਿਆ ਹੋਇਆ ਰਾਮ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਜਿਹੜਾ ਗੋ ਧਰਤੀ ਦਾ ਪਾਲਕ ਰਾਏ, ਰਾਜਾ ਰੂਪ, ਇਹੋ ਜਿਹੇ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਇਹ ਮਾਲਕ ਮੈਨੂੰ ਲਾਉਣਾ ਕਰ, ਭਾਵ ਮੈਨੂੰ ਬੰਦਗੀ ਦੇ ਨਾਲ ਜੋੜ। ਇਸ ਕਰਕੇ ਉਸ ਅਕਾਲ ਪੁਰਖ ਨਿਰਾਕਾਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਾਲਕ, ਸਾਹੋ, ਪਤੀ, ਪਰਮਾਤਮਾ ਅਨੰਤ ਰੂਪਾਂ ਕਰਕੇ ਵਿਸ਼ੇਸ਼ਣ ਦੇ ਕੇ ਉਸਨੂੰ ਯਾਦ ਕੀਤਾ ਜਾਂਦਾ ਹੈ। ਵਿਖਿਆ ਪੋਹੇ ਨ ਸਕੀ ਮਿਲ ਸਾਧੂ ਗੁਣ ਗਾਹੋ। ਕੋਈ ਵੀ ਵਿਸ਼ੇ, ਵਿਕਾਰ, ਪਾਪ, ਦੋਸ਼ ਉਸਨੂੰ ਵਿਆਪ ਨਹੀਂ ਸਕਦੇ। ਜਗਿਆਸੂ ਨੂੰ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ, ਸਾਧੂਆਂ ਦੀ ਸੰਗਤ ਕਰਦੇ ਨੇ। ਫਿਰ ਕੀ ਚੀਜ਼ ਪ੍ਰਾਪਤ ਹੁੰਦੀ ਹੈ ਸਾਧੂਆਂ ਦੀ ਸੰਗਤ ਕਰਕੇ? ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਓ। ਸੱਚੇ ਸੁੱਚੇ ਹੋ ਕੇ ਮਨ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਦੀ ਪ੍ਰੀਤੀ ਲਾ ਕੇ ਜੇ ਬੰਦਗੀ ਕਰਾਂਗੇ, ਜਿਹਦੇ ਤੋਂ ਉਪਜਿਆ ਭਾਵ ਜੀਵ ਪੈਦਾ ਹੋਇਆ ਉਹਦੇ ਵਿੱਚ ਮਿਲ ਜਾਂਦਾ। ਜਿਉਂ ਜਲ ਮੇਂ ਜਲਾਏ ਖਟਾਣਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਸ ਕਰਕੇ ਏਕ ਤੋਂ ਅਨੇਕ ਹੋਇਆ, ਅਨੇਕ ਤੋਂ ਫਿਰ ਏਕ ਹੋ ਜਾਂਦਾ। 10ਵੇਂ ਪਾਤਸ਼ਾਹ ਇਸ ਚੀਜ਼ ਨੂੰ ਵਰਣਨ ਕਰਦੇ ਨੇ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਖੇਲ ਖੇਲ ਅਖੇਲ ਖੇਲਣਾ ਅੰਤ ਕੋ ਫਿਰ ਏਕ। ਇਸ ਕਰਕੇ ਉਹ ਏਕ ਅਨੇਕਤਾ, ਬੰਦਗੀ, ਸੇਵਾ ਦੋ ਤੋਂ ਸ਼ੁਰੂ ਹੁੰਦੀ ਹੈ, ਜਿਗਿਆਸੂ ਤੇ ਪ੍ਰਮਾਤਮਾ। ਫਿਰ ਖਾਲਸਾ ਮੇਰਾ ਰੂਪ ਹੈ, ਖਾਲਸੇ ਮੈਂ ਕਰੋ ਨਿਵਾਸ। ਮਹਾਰਾਜ ਕਹਿੰਦੇ ਖਾਲਸੇ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਹੀਂ ਭੇਵ। ਉਹ ਅਵਸਥਾ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ ਬੰਦਗੀ ਜਰੀਏ। ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ। ਪਰਮੇਸ਼ਵਰ ਦੇ ਨਾਮ ਰੂਪੀ ਚਰਨ ਬਖਸ਼ਿਸ਼ ਕਰਨੇ ਕਰਕੇ ਭਾਵ ਜਿਗਿਆਸੂ ਦੇ ਹਿਰਦੇ ਨੂੰ ਰੂਪੀ ਬਾਂਹ ਨੂੰ ਫੜ ਲੈਂਦਾ, ਹਿਰਦੇ ਦੇ ਵਿੱਚ ਆ ਕੇ ਨਿਵਾਸ ਕਰ ਲੈਂਦਾ। ਫਿਰ ਬਾਰ-ਬਾਰ ਜਨਮ ਮਰਨ ਦਾ ਜਿਹੜਾ ਗੇੜਾ ਹੈ ਇਹ ਕੱਟਿਆ ਜਾਂਦਾ। ਭਾਵ ਕਿ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ। ਜਨਮ ਮਰਨ ਕੀ ਚੀਜ਼ ਹੈ? ਜਨਮ ਮਰਨ ਵਿੱਚ ਦੁੱਖ ਸਵਾਇਆ, ਵਿਸ਼ੇਸ਼ ਦੁੱਖ ਜਨਮ ਮਰਨ ਦਾ, ਮਾਤਾ ਦਾ ਗਰਭ ਦਾ ਜਿਹੜਾ ਸਭ ਤੋਂ ਵੱਡਾ ਦੁੱਖ ਹੈ। ਇਸ ਕਰਕੇ ਉਹ ਪਰਮੇਸ਼ਵਰ ਜਦੋਂ ਮਿਲਦਾ ਫਿਰ ਉਹ
ਕਦੇ ਵੀ ਵਿਛੜਦਾ ਨਹੀਂ ਹੈ। ਬਾਹਰ ਜਾਓ ਲੱਖ ਵੇਰੀਆਂ, ਹਰ ਸੱਜਣ ਅਗਮ ਅਗਾਹੋ। ਇਹੋ ਜਿਹੇ ਪਰਮੇਸ਼ਵਰ ਜਿਹੜਾ ਉਹਦੇ 'ਚ ਬਾਲ ਬਾਲ ਬਲਿਹਾਰੇ ਜਾਈਏ, ਸਦਕੇ ਜਾਈਏ, ਉਹਦੇ ਕੁਰਬਾਨ ਜਾਈਏ। ਉਹ ਗਮਤਾ ਤੋਂ ਰਹਿਤ, ਪਾਰਾਵਾਰ ਤੋਂ ਰਹਿਤ, ਬੇਅੰਤ, ਅਗਮ ਅਗਾਹੋ, ਪਰੇ ਤੋਂ ਪਰੇ ਜਿਹਨੂੰ ਆਪਾਂ ਕਹਿੰਦੇ ਹਾਂ। ਇਹੋ ਜਿਹੇ ਸੱਜਣ ਪੁਰਸ਼ ਜਿਹੜਾ ਮਿੱਤਰਤਾ ਉਹਦੇ 'ਚ ਰੱਖਣਾ ਕਰੋ। ਮਿੱਤਰਤਾ ਕੀ ਸ਼ਬਦ ਦੀ ਕਮਾਈ। ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ। ਸ਼ਰਨ ਪੈ ਜੋ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ। ਇਹੋ ਜਿਹੇ ਪਰਮੇਸ਼ਵਰ ਦੇ ਸ਼ਰਨ ਦੇ ਵਿੱਚ ਪਓ। ਨਾਰਾਇਣ ਨਰਾਂ ਦਾ ਪਤੀ ਮਾਲਕ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਨਕ ਦਰ ਪਈਓ। ਪੰਜਵੇਂ ਗੁਰੂ ਨਾਨਕ ਕਹਿੰਦੇ ਨੇ ਇਹੋ ਜਿਹੇ ਨਰਾਂ ਦਾ ਪਤੀ ਪਰਮੇਸ਼ਵਰ ਵਾਹਿਗੁਰੂ ਉਹਦੇ ਸ਼ਰਨ ਦੇ ਵਿੱਚ ਪੜਨਾ ਕਰੋ, ਜਿਸ ਕਰਕੇ ਤੁਹਾਡਾ ਆਵਾਗਮਨ ਮਿਟ ਜਾਵੇ। ਫਿਰ ਜਿਹੜਾ ਪੋਹ ਦਾ ਮਹੀਨਾ ਜਿਹੜਾ ਸਰਦ ਰੁੱਤ ਮੰਨਿਆ ਗਿਆ ਨਾ, ਉਹਦੇ ਵਿੱਚ ਪੋਖ ਤੁਖਾ ਨਾ ਵਿਆਪੇ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਫਿਰ ਇਹ ਪੋਹ ਦਾ ਮਹੀਨਾ ਸੁਹੰਦਾ ਸੋਹਣਾ ਲੱਗਦਾ, ਸਾਰਿਆਂ ਦੇ ਪ੍ਰਕਾਰ ਦੇ ਸੁੱਖ ਜਿਸ ਨੂੰ ਪਰਮੇਸ਼ਵਰ ਬੇਪਰਵਾਹੋ ਉਹ ਬਖਸ਼ ਲੈਂਦਾ ਹੈ, ਭਾਵ ਅਕਾਲ ਪੁਰਖ ਆਪਣਾ ਬਣਾ ਲੈਂਦਾ। ਫਿਰ ਉਹਨੂੰ ਇਹ ਜਿਹੜਾ ਪੋਹ ਦਾ ਮਹੀਨਾ ਜਿਹੜਾ ਸਰਦੀ ਕਰਕੇ ਦੁੱਖ ਰੂਪ ਮਹਿਸੂਸ ਹੁੰਦਾ, ਇੱਥੇ ਮਨੁੱਖ ਜਨਮ ਰੂਪੀ ਪੋਹ ਦਾ ਮਹੀਨਾ ਉਸ ਪਰਮੇਸ਼ਵਰ ਨੇ ਜਿਨ੍ਹਾਂ ਨੂੰ ਬੰਦਗੀ ਸੇਵਾ ਸੰਗਤ ਬਖਸ਼ ਕੇ ਆਪਣਾ ਬਣਾ ਲਿਆ, ਫਿਰ ਉਹ ਬੇਪਰਵਾਹ ਅਕਾਲ ਪੁਰਖ ਦੇ ਵਿੱਚ ਲੈ ਹੋ ਜਾਂਦਾ, ਭਾਵ ਉਹਦੇ ਨਾਲ ਇਹ ਮਿਲ ਜਾਂਦਾ। ਆਵਨ ਜਾਣ ਮਿਟੇ ਪਾਏ ਵਿਸਰਾਮ ਵਾਲੀ ਅਵਸਥਾ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ, ਜਿਸ ਕਰਕੇ ਲੋਕ ਸੁਹੇਲੇ ਪ੍ਰਲੋਕ ਸੁਹੇਲੇ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ, ਸਿਮਰਨ ਦੇ ਵਿੱਚ ਲੱਗਣੇ ਕਰਕੇ ਦੋਨੇ ਜਹਾਨ ਤੋਂ ਸਫਲਤਾ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਜੀ ਜੇ ਉਹ ਉਪਦੇਸ਼ ਬਖਸ਼ਿਸ਼ ਕਰਦੇ ਨੇ, ਜਿਹਨੂੰ ਧਾਰਨ ਕਰਕੇ ਜੀਵ ਨੇ ਆਪਣਾ ਕਲਿਆਣਤਾ ਕਰਨੀ ਹੈ। ਇਸ ਕਰਕੇ 100 ਹੱਥ ਰੱਸਾ ਸਿਰੇ ਤੇ ਗੰਢ, ਬੰਦਗੀ ਬਿਨਾਂ ਹਰ ਭਜਨ ਨਹੀਂ ਛੁਟਕਾਰਾ। ਇਸ ਕਰਕੇ ਬੰਦਗੀ ਕਰਨੀ ਹੈ, ਜਿਸ ਕਰਕੇ ਜੀਵਨ ਸਫਲ ਹੋਵੇ, ਆਵਣ ਜਾਵਣ ਤੋਂ ਛੁਟਕਾਰਾ ਪ੍ਰਾਪਤ ਹੋ ਸਕੀਏ, ਨਿਰਾਕਾਰ ਪਰਮੇਸ਼ਵਰ ਦੇ ਵਿੱਚ ਇੱਕ ਹੋ ਕੇ ਜੀਵਨ ਦਾ ਆਨੰਦ ਮਾਣ ਸਕੀਏ। ਇਹ ਉਪਦੇਸ਼ ਸਮੂਹ ਸੰਗਤ ਨੂੰ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਧਾਰਨ ਕਰਕੇ ਜੀਵਨ ਸਫਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।